University की 79 ਉੱਥੋਂ ਚੌਧਰ ਕਰਾ ਲਿਆ ਕੋਈ ਤੋਂ ਬਾਣ ਉੱਥੇ ਫੇਰ ਕਿਉਂ ਜੀ ਦੀ ਵੀ ਉਹ ਪੈਣੀ ਹੈ ਕਿ ਉਹ ਹਰੇਕ ਦੀ ਆਹ ਕਰਾਉਣੀ ਨਹੀਂ ਅੱਛਾ ਹੁਣ ਮਤਲਬ ਤੂੰ ਨਾ फार्म ले लेंगे पंद्रह लगा रही होते कहीं की कर ले शुरू उधर आ कर लो शुरू फोटो आई तेरी यहाँ है ना तौर पे कोई दूसरा कैमरा कितना रोला भैया हाँ इन्हें भी फोटो वाइस आ होगी पता महंगी कितनी है
हेलो बाहर गए हैं सर सीआर थाने आज फाइलिंग हुई है सैटरडे मेरे को ये फाइल करके डॉक्यूमेंट करके ये तो राजीनामे की कॉपी पे मैं व्हाट्सएप कर सकता है मैं डेट बिना गल
ਹਾਂਜੀ, ਅੱਜ ਲੋਕਤੰਤਰ ਦੇ ਮੁੱਢਲੇ ਧੁਰੇ ਕੋਆਪਰੇਟਿਵ ਸੁਸਾਇਟੀ ਦੀਆਂ ਜਿਹੜੀਆਂ ਕਿਸਾਨਾਂ ਦੀਆਂ ਤੇ ਸਰਕਾਰ ਦੀ ਸਾਂਝੀ ਸੁਸਾਇਟੀ ਆ ਉਹਦੀਆਂ ਚੋਣਾਂ ਨਾਥਪੁਰਾ ਪਿੰਡ ਦੇ ਵਿੱਚ ਹੋਣ ਜਾ ਰਹੀਆਂ ਨੇ। ਅੱਜ ਪਹਿਲਾ ਦਿਨ ਨਾਮਜ਼ਦਗੀਆਂ ਭਰਨ ਦਾ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਨਗਰ ਦੇ 7 ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਾਏ ਆ ਤੇ ਜੇਕਰ ਪ੍ਰਸ਼ਾਸਨ ਨੇ ਸਰਕਾਰ ਦੀ ਸ਼ਹਿ ਦੇ ਉੱਤੇ ਕੋਈ ਇੱਥੇ ਹੱਲਾ ਜੁੱਲਾ ਨਾ ਕਰਵਾਇਆ, ਕਿਉਂਕਿ ਜਿਹੜੀ ਇੱਥੋਂ ਤੱਕ ਆਸ ਹੈ ਕਿ ਪ੍ਰਸ਼ਾਸਨ ਧੱਕੇਸ਼ਾਹੀ ਜ਼ਰੂਰ ਕਰੂਗੀ, ਕਿਉਂਕਿ ਪਹਿਲਾਂ ਵੀ 1-2 ਵਾਰ ਇਸੇ ਪਿੰਡ ਦੀਆਂ ਇਲੈਕਸ਼ਨ ਕੈਂਸਲ ਕੀਤੇ ਜਾ ਚੁੱਕੇ ਆ, ਕਿਉਂਕਿ ਇੱਥੇ बढ़त ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦੀ ਹੈ। ਇੱਕ ਸਾਡੇ ਪਿੰਡ ਭੈਣੀ ਵਿਖੇ ਵੀ ਇਲੈਕਸ਼ਨ ਹੋਣੇ ਸੀਗੇ, ਉੱਥੇ ਵੀ ਇਹਨਾਂ ਨੇ ਪੋਸਟਪੋਨ ਕਰਤੇ ਕਿਉਂਕਿ ਅਕਾਲੀ ਦਲ ਦੇ ਜਿੱਤ ਰਿਹਾ। ਇਸ ਤੋਂ ਪਹਿਲਾਂ ਨਥਾਣੇ ਕੋਆਪਰੇਟਿਵ ਸੁਸਾਇਟੀ ਦੇ ਇਲੈਕਸ਼ਨ ਹੋਏ ਆ, ਜਿਹਦੇ ਵਿੱਚ ਬਹੁਤ ਮਤ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਤੇ ਉੱਥੇ ਕੋਆਪਰੇਟਿਵ ਸੁਸਾਇਟੀ ਦਾ ਪ੍ਰਧਾਨ ਵੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਨੇਤਾ ਬਣਿਆ। ਸੋ ਉਸ ਨਥਾਣੇ ਦੀ ਇਲੈਕਸ਼ਨ ਨੂੰ ਵੇਖ ਕੇ ਇੱਥੋਂ ਦਾ MLA ਘਬਰਾਹਟ ਵਿੱਚ ਆ ਗਿਆ ਤਾਂ ਉਸਨੇ ਸਾਰੀਆਂ ਇਲੈਕਸ਼ਨਾਂ ਕੈਂਸਲ ਕਰਵਾਤੀਆਂ ਸੀਗੀਆਂ। ਹੁਣ ਉਹਨੇ ਆਪ ਦਾ ਚਹੇਤਾ ਇੱਥੇ ਕੋਆਪਰੇਟਿਵ ਦਾ AR ਨਿਯੁਕਤ ਕਰਾ ਕੇ ਇੱਥੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਜੇ ਪ੍ਰਸ਼ਾਸਨ ਨੇ ਸਹੀ ਇਨਸਾਫ ਦਿੱਤਾ ਤੇ ਪਾਰਦਰਸ਼ੀ ਚੋਣ ਹੋਈ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਕੱਲ੍ਹ ਨੂੰ ਆ ਜਾਣਾ ਤੇ ਇੱਥੇ ਬਹੁਮਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲੂਗਾ, ਤਾਂ ਕਿ ਕਿਸਾਨਾਂ ਦੀ ਸੁਸਾਇਟੀ ਦੇ ਵਿੱਚ ਵੱਧ ਤੋਂ ਵੱਧ ਇੱਥੇ ਲੋਕਾਂ ਦੀ ਸੇਵਾ ਕੀਤੀ ਜਾਵੇ, ਕਿਉਂਕਿ ਇਹ ਅਦਾਰਾ ਜਿਹੜਾ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਤੇ ਕਿਸਾਨੀ ਖੇਤਰ ਦੇ ਵਿੱਚ ਅਜਿਹੇ ਅਦਾਰੇ ਦੀ ਬਹੁਤ ਜ਼ਿਆਦਾ ਮਹੱਤਤਾ। ਸੋ ਅਸੀਂ ਇਹ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਸਾਨੂੰ ਇਨਸਾਫ ਦੇਊਗਾ। ਅੱਜ ਪ੍ਰਸ਼ਾਸਨ ਨੇ ਤੇ ਪੰਜਾਬ ਸਰਕਾਰ ਨੇ ਖਾਸ ਕਰਕੇ ਪ੍ਰੀਤਮ ਸਿੰਘ ਕੋਟ ਭਾਈ MLA ਹਲਕਾ ਭੁੱਚੋ ਨੇ ਲੋਕਤੰਤਰ ਦਾ ਪੂਰਾ ਘਾਣ ਕੀਤਾ, ਕਿਉਂਕਿ ਐਡੀ ਥੋੜੀ ਛੋਟੀ ਸੋਚ ਤੇ ਆ ਗਿਆ ਕਿ ਇੱਕ ਕੋਆਪਰੇਟਿਵ ਸੁਸਾਇਟੀ ਦੇ ਇਲੈਕਸ਼ਨ ਜਿਹੜੇ ਨਾਥਪੁਰੇ ਪਿੰਡ ਵਿੱਚ ਅੱਜ ਸੀਗੇ, ਉਹਦੇ ਵਿੱਚ 2 ਮੈਂਬਰ ਬੁਰਜ ਡੱਲੇ ਤੋਂ ਵਾਨੇ ਆ, ਉਸ ਤੋਂ 9 ਮੈਂਬਰ ਜਿਹੜੇ ਆ ਉਹ ਨਾਥਪੁਰੇ ਦੇ ਸੀਗੇ। ਕਾਂਗਰਸ ਦੇ 5 ਬੰਦਿਆਂ ਨੇ ਕਾਗਜ਼ ਜਿਹੜੇ ਆ ਉਹ ਨੋਮੀਨੇਟ ਕੀਤੇ ਸੀਗੇ, ਪਰ ਜਿਹੜਾ ਇੱਥੋਂ ਦਾ ਪ੍ਰੈਜ਼ਾਈਡਿੰਗ ਅਫਸਰ ਸੀਗਾ, ਜਿਹੜਾ ਸਾਨੂੰ ਵਿਸ਼ਵਾਸ ਦਿਵਾਉਂਦਾ ਰਿਹਾ ਕਿ ਕੋਈ ਧੱਕੇਸ਼ਾਹੀ ਨਹੀਂ ਹੋਊਗੀ, ਉਹਨੇ ਸਾਡੇ ਸਾਰੇ ਉਮੀਦਵਾਰਾਂ ਦੇ ਕਾਗਜ਼ ਕੈਂਸਲ ਕਰਕੇ ਸਿਰਫ 3 ਉਮੀਦਵਾਰਾਂ ਦੇ ਕਾਗਜ਼ ਰੱਖੇ ਆ, ਬਾਕੀ ਸਾਰੇ ਕਾਂਗਰਸ ਦੇ ਕਾਗਜ਼ ਪਾਸ ਕਰਤੇ ਆ, ਕਿਉਂਕਿ ਉਹਦੇ ਉੱਤੇ ਪ੍ਰੈਸ਼ਰ ਜਿਹੜਾ ਪ੍ਰੀਤਮ ਸਿੰਘ ਕੋਟਭਾਈ ਦਾ ਤੇ ਇੱਥੋਂ ਦੇ AR ਦਾ ਸੀਗਾ। ਜੇ ਮੈਂ ਗੱਲ ਕਰਾਂ ਇਸ ਸੁਸਾਇਟੀ ਦੀ ਤਾਂ ਇਹ ਤੋਂ ਪਹਿਲਾਂ 4 ਵਾਰ ਇਹ ਕੈਂਸਲ ਹੋ ਚੁੱਕੀਆਂ। ਗਿੱਦੜ ਦੇ ਜਿਹੜੀ ਸੁਸਾਇਟੀ ਸੀ ਉਹਦੇ ਇਲੈਕਸ਼ਨ ਕੈਂਸਲ ਹੋ ਚੁੱਕੇ ਆ। ਇਸ ਤੋਂ ਪਹਿਲਾਂ ਭੈਣੀ ਦੀ ਸੁਸਾਇਟੀ ਦੇ ਸੀ ਉਹ ਇਲੈਕਸ਼ਨ ਕੈਂਸਲ ਹੋ ਚੁੱਕਿਆ, ਕਿਉਂਕਿ ਇਸ ਤੋਂ ਪਹਿਲਾਂ ਥਾਣਾ ਦੀ ਜਿਹੜੀ ਵੱਡੇ ਪਿੰਡ ਦੀ ਸੁਸਾਇਟੀ ਸੀਗੀ ਉਹਦੇ ਉੱਤੇ ਇਲੈਕਸ਼ਨ ਉਸ ਸਮੇਂ ਦੇ AR ਹਰਮੀਤ ਸਿੰਘ ਨੇ ਕੈਂਸਲ ਨਹੀਂ ਸੀ ਹੋਣ ਦਿੱਤੇ। ਉਹਨਾਂ ਨੇ ਇਲੈਕਸ਼ਨ ਕਰਾਏ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ बढ़त ਮਿਲੀ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ। ਉਸ ਸਮੇਂ ਤੋਂ ਪ੍ਰੀਤਮ ਸਿੰਘ ਕੋਟ ਭਾਈ ਇਸ ਇਲੈਕਸ਼ਨ ਦੇ ਵਿੱਚ ਘਬਰਾ ਗਏ ਕਿ ਸਾਡੀ ਪਾਰਟੀ ਦੀ ਜਿੱਤ ਨਹੀਂ ਹੋਣੀ। ਉਹ AR ਐਡਾ ਵਧੀਆ ਸੀ ਜਿਹੜਾ ਪਾਰਦਰਸ਼ੀ ਕੰਮ ਕਰਦਾ ਸੀ, ਉਹਨੂੰ ਬਦਲਾ ਕੇ ਇਹ AR ਨੂੰ ਲੈ ਕੇ ਆਂਦਾ। ਇਸ AR ਦਾ ਜਿਹੜਾ ਰਿਕਾਰਡ ਆ ਉਹ ਪਹਿਲਾਂ ਲਹਿਰਾ ਬਾਘਾ ਪੁਰਾਣਾ ਦੇ ਵਿੱਚ ਵੀ ਮਾੜਾ ਰਿਹਾ, ਜੈਤੋ 'ਚ ਵੀ ਮਾੜਾ ਰਿਹਾ ਤੇ ਸਾਨੂੰ ਪਹਿਲਾਂ ਪਤਾ ਲੱਗ ਗਿਆ ਸੀ। ਇਹਨੇ ਸਾਡੇ ਤੇ ਕੋਆਪਰੇਟਿਵ ਸੁਸਾਇਟੀ ਦੇ ਸਾਰੇ ਸੈਕਟਰੀਆਂ ਨੂੰ ਬੁਲਾ ਕੇ ਕਹਿਤਾ ਸੀਗਾ ਕਿ ਜਿਹੜਾ ਇਲੈਕਸ਼ਨ ਆ ਉਹ ਇੱਕ ਤਰਫਾ ਹੋਣਾ, ਕਿਸੇ ਦੇ ਕਾਗਜ਼ ਉਹ ਨਹੀਂ ਹੋਣ ਦੇਣੇ। ਸੋ ਇਸ ਕਰਕੇ ਇਹ ਜਿਹੜੀ ਧੱਕੇਸ਼ਾਹੀ ਕੀਤੀ ਹੈ ਇਹ ਖਾਸ ਕਰਕੇ AR ਬਠਿੰਡਾ ਨੇ ਕੀਤੀ ਆ ਤੇ ਨਾਲ ਪ੍ਰੀਤਮ ਸਿੰਘ ਕੋਟ ਭਾਈ ਨੇ ਕੀਤੀ ਆ। ਸਾਡੇ ਸਿਰਫ 3 ਉਮੀਦਵਾਰਾਂ ਦੇ ਕਾਗਜ਼ ਪਾਸ ਕੀਤੇ ਆ, ਬਾਕੀ ਸਾਰੇ ਸ਼੍ਰੋਮਣੀ ਅਕਾਲੀ ਦਲਾਂ ਦੇ ਕਾਗਜ਼ ਰੱਦ ਕਰਤੇ। ਉਹ ਵੀ 3 ਉਮੀਦਵਾਰਾਂ ਦੇ ਕਾਗਜ਼ ਤਾਂ ਪਾਸ ਕੀਤੇ ਕਿ ਇਹਨਾਂ ਕੋਲੇ ਕਾਗਜ਼ ਭਰਨ ਵਾਸਤੇ ਹੋਰ ਬੰਦੇ ਨਹੀਂ ਸੀ, ਸਿਰਫ 5 ਬੰਦਿਆਂ ਨੇ ਕਾਂਗਰਸੀਆਂ ਨੇ ਕਾਗਜ਼ ਭਰਿਆ, ਇਹਨਾਂ ਕੋਲ ਛੇਵਾਂ ਉਮੀਦਵਾਰ ਹੀ ਨਹੀਂ ਸੀ, ਤਾਂ ਕਰਕੇ ਇਹਨਾਂ ਨੂੰ ਮਜਬੂਰੀ ਬਸ ਉਹ 3 ਕਾਗਜ਼ ਜਿਹੜੇ ਪਾਸ ਕਰਨੇ ਪਏ ਆ। ਸੋ ਮੈਂ ਇਹੀ ਕਹਿਣਾ ਇਹੋ ਜਿਹੀਆਂ ਛੋਟੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਜੇ ਕੋਈ ਵਿਧਾਇਕ ਆ ਉਹਨੂੰ ਇੱਥੋਂ ਦੀ ਆਪਦੀ ਫੀਡਬੈਕ ਵੇਖਣੀ ਚਾਹੀਦੀ, ਉਹਨੇ ਕਿੰਨੇ ਕੰਮ ਕੀਤੇ ਆ, ਲੋਕੀ ਮੱਲੋ ਮੱਲੀ ਵੋਟਾਂ ਪਾਉਣਗੇ ਜੇ ਕੰਮ ਕੀਤੇ ਆ। ਚਲੋ ਇਹ ਤਾਂ ਇਲੈਕਸ਼ਨ ਸੁਸਾਇਟੀ ਦੇ ਆ, ਬਹੁਤ ਛੋਟੇ ਆ, ਗਾਹਾਂ ਵਿਧਾਨ ਸਭਾ ਦੇ ਇਲੈਕਸ਼ਨ ਆਉਣੇ ਆ, ਉਹਨੂੰ ਆਪਦੇ ਕੰਮਾਂ ਦਾ ਪਤਾ ਵਿਧਾਨ ਸਭਾ 'ਚ ਲੱਗ ਜੂਗਾ। ਮੈਂ ਤਾਂ ਇਹ ਕਹਿਣਾ 10 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਵੀ ਸੁਸਾਇਟੀ ਦਾ ਇਲੈਕਸ਼ਨ ਦੇ ਵਿੱਚ ਕੋਈ ਕਾਗਜ਼ ਨਹੀਂ ਕੈਂਸਲ ਕਰ ਦਿੱਤੇ, ਨਾ ਨਗਰ ਪੰਚਾਇਤਾਂ 'ਚ ਕਾਗਜ਼ ਕੈਂਸਲ ਕੀਤੇ ਆ, ਨਾ ਬਲਾਕ ਸੰਮਤੀਆਂ 'ਚ ਕੈਂਸਲ ਕੀਤੇ ਆ। ਅਸੀਂ ਇਹ ਵੇਖਣਾ ਚਾਹੁੰਦੇ ਹੁੰਦੇ ਸੀ ਕਿ ਸਾਡੇ ਕੀਤੇ ਹੋਏ ਕੰਮਾਂ ਦਾ ਲੋਕ ਕੀ ਹੁੰਗਾਰਾ ਦਿੰਦੇ ਆ, ਕੀ ਪਾਰਦਰਸ਼ੀ ਰਿਜ਼ਲਟ ਆਉਂਦੇ ਆ, 1 ਨੰਬਰ ਦੇ ਰਿਜ਼ਲਟ ਆਉਂਦੇ ਰਿਹਾ। ਸੋ ਇਹ ਜਿਹੜੀ ਪਿਰਤ ਪਾਈ ਆ ਇਹਨਾਂ ਨੇ ਬਹੁਤ ਮਾੜੀ ਪਾਈ ਆ। ਮੈਂ ਇਹੀ ਕਹਿਣਾ ਕਿ ਅਸੀਂ ਇਹਦੇ ਵਾਸਤੇ ਹਾਈ ਕੋਰਟ ਵੀ ਜਾਵਾਂਗੇ ਤੇ ਨਹੀਂ ਤਾਂ 5 ਮਹੀਨਿਆਂ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣ ਕੇ ਆਉਣੀ ਆ ਉਹਦੇ ਵਿੱਚ ਇਸ ਦੁਆਰਾ। ਮੈਂ ਗੁਰਲਾਬ ਸਿੰਘ ਢੇਲਵਾਂ, ਪ੍ਰਧਾਨ ਜ਼ਿਲ੍ਹਾ ਯੂਥ ਅਕਾਲੀ ਦਲ ਦਿਹਾਤੀ। ਅੱਜ ਤੁਸੀਂ ਦੇਖ ਹੀ ਚੁੱਕੇ ਹੋ ਕਿ ਕੀ ਮਾਹੌਲ ਬਣਾਇਆ। ਕੋਆਪਰੇਟਿਵ ਸੁਸਾਇਟੀ ਨਾਥਪੁਰਾ ਦੀਆਂ ਇੱਥੇ ਚੋਣਾਂ ਹੋਣ ਜਾ ਰਹੀਆਂ ਨੇ, ਜਿਹਦੇ 'ਚ ਅੱਜ ਨਾਮਜ਼ਦਗੀਆਂ ਜਿਹੜੀਆਂ ਉਹ ਭਰਨੀਆਂ ਨੇ। ਬੇਸ਼ੱਕ ਸਾਡੇ ਉਮੀਦਵਾਰ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ, ਉਹ ਬਿਲਕੁਲ ਤੇ ਬਿਲਕੁਲ ਸਹੀ ਚੰਗੇ ਕਿਸਾਨਾਂ ਦੇ ਨਾਲ ਮਹੱਤਵ ਰੱਖਣ ਵਾਲੇ ਬੰਦੇ, ਚਾਹੇ ਉਹ ਦਿੱਲੀ ਸੰਘਰਸ਼ ਤੱਕ ਵੀ ਕਿਉਂ ਨਾ ਗਏ ਹੋਣ,
ਅਸੀਂ ਸਹੀ ਠੋਸ ਤੇ ਵਧੀਆ ਬੰਦੇ ਆ ਜਿਹੜੇ ਉਹਨਾਂ ਨੂੰ ਹੀ ਅੱਗੇ ਚੋਣਾਂ ਦੇ ਵਿੱਚ ਹਿੱਸਾ ਦਿਵਾਇਆ। ਇੱਥੋਂ ਦੀ ਮੌਜੂਦਾ ਕਾਂਗਰਸ ਪਾਰਟੀ, ਇੱਥੋਂ ਦੀ ਸਰਕਾਰ, ਇੱਥੋਂ ਦਾ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸੁਸਾਇਟੀ 'ਤੇ ਕਬਜ਼ਾ ਜਿਹੜਾ ਉਹ ਕਾਂਗਰਸ ਪਾਰਟੀ ਦਾ ਕੀਤਾ ਜਾਵੇ। ਇਹ ਕੁਛ ਅਸੀਂ ਨਹੀਂ ਹੋਣ ਦੇਣਾ ਚਾਹੁੰਦੇ। ਜੇਕਰ ਪ੍ਰਸ਼ਾਸਨ ਧੱਕਾ ਵੀ ਕਰਦਾ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਹੁਣ ਕਿਵੇਂ ਹਰਕਤਾਂ ਕਰਦੇ ਸੀ, ਕਿਵੇਂ ਉੱਥੇ ਬੋਲਦੇ ਸੀ, ਕਿਵੇਂ ਉਲਟਾ ਸਿੱਧਾ ਕਰਦੇ ਸੀ। ਸੋ ਇਹ ਗੜਬੜ ਕਰਨ ਦੀ ਕੋਸ਼ਿਸ਼ ਕਰਦੇ ਆ। ਸਾਡੀ ਇਹੀ ਕੋਸ਼ਿਸ਼ ਹੈ ਕਿ ਇਹ ਜਿਹੜੀਆਂ ਚੋਣਾਂ ਇਹ ਬੜਾ ਅਹਿਮ ਚੋਣਾਂ ਹੁੰਦੀਆਂ, ਕਿਸਾਨੀ ਵਰਗ ਦੀਆਂ ਸਰਕਾਰ ਨਾਲ ਸਿੱਧੀ ਜਿਹੜੀ ਇੱਕ ਹੁੰਦਾ ਕੜੀ ਹੁੰਦੀ ਹੈ, ਉਹਦੀਆਂ ਇਹ ਹੈਗੀਆਂ ਚੋਣਾਂ। ਸੋ ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀਪੂਰਵਕ ਇਹ ਚੋਣਾਂ ਜਿਹੜੀਆਂ ਇਹ ਹੋਣ, ਇੱਥੇ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਾ ਹੋਵੇ। ਕਿਸੇ ਪਾਰਟੀ ਦੇ ਕਿੰਨੇ ਵੀ ਬੰਦੇ ਜਿੱਤਣ, ਕਿਸੇ ਪਾਰਟੀ ਦਾ ਕੋਈ ਬੰਦਾ ਹਾਰੇ, ਪਰ ਜਿਹੜੀ ਚੋਣ ਹੈ ਉਹ ਤਾਂ ਦੇਖੋ ਸਿੱਧੇ ਤਰੀਕੇ ਨਾਲ ਪਾਰਦਰਸ਼ੀ ਤੌਰ 'ਤੇ ਹੋਣੀ ਚਾਹੀਦੀ ਹੈ ਨਾ। ਪਿਛਲੇ ਸਮਿਆਂ 'ਚ ਵੀ ਕਈ ਪਿੰਡਾਂ 'ਚ ਇਹਨਾਂ ਨੇ ਬਾਰ-ਬਾਰ ਜਿਹੜੀਆਂ ਚੋਣਾਂ ਹੈ ਉਹ ਕੈਂਸਲ ਕੀਤੀਆਂ, ਮੁਲਤਵੀ ਕੀਤੀਆਂ। ਸੋ ਅੱਜ ਦੇਖੋ ਇੱਥੇ ਕੀ ਮਾਹੌਲ ਬਣਦਾ। ਇੱਕ ਵਾਰੀ ਪ੍ਰਸ਼ਾਸਨ ਆ ਚੁੱਕਾ, ਫਾਰਮ ਹੈ ਜਿਹੜੇ ਉਹ ਅਸੀਂ ਵੀ ਦੇ ਚੁੱਕੇ ਹਾਂ। ਜੇ ਅੱਗੇ ਕੋਈ ਗੜਬੜ ਕਰਦੇ ਆ ਤਾਂ ਫਿਰ ਇਹ ਖੁਦ ਆਪਣਾ ਆਪ ਜ਼ਿੰਮੇਵਾਰ ਹੋਣਗੇ। ਅਸੀਂ ਇਹਨਾਂ ਨੂੰ ਇਹ ਗੱਲ ਜ਼ਰੂਰ ਕਹਿੰਦੇ ਹਾਂ ਕਿ ਕਰਵਾਉਣੀਆਂ ਚੋਣਾਂ ਜੀ ਸਦਕੇ ਕਰਵਾਓ, ਪਾਰਦਰਸ਼ਤਾ ਨਾਲ ਕਰਵਾਓ। ਤੁਸੀਂ ਇੱਥੇ ਚੈਨਲਾਂ 'ਤੇ ਹੈਗੇ ਹੋ, ਦਿਖਾਈ ਚੱਲਿਓ ਲੋਕਾਂ ਨੂੰ, ਬੇਸ਼ੱਕ ਲਾਈਵ ਦਿਖਾ ਦਿਓ ਕਿ ਸਾਡੀ ਤਰਫੋਂ ਕੋਈ ਐਸੀ ਗੜਬੜ, ਕੋਈ ਗਲਤਬਾਜ਼ੀ ਨਹੀਂ ਹੋਊਗੀ, ਪਰ ਇਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡਣੀ ਕੋਈ ਧੱਕਾ ਕਰਨ ਵਾਲੀ। ਸੋ ਜੇ ਇਹਨਾਂ 'ਚ ਹਿੰਮਤ ਹੈਗੀ ਆ ਤਾਂ ਸਿੱਧੀਆਂ ਚੋਣਾਂ ਕਰਵਾਉਣ, ਪਾਰਦਰਸ਼ਤਾ ਤੌਰ 'ਤੇ ਕਰਵਾਉਣ। ਲੋਕਾਂ ਦੀਆਂ ਚੋਣਾਂ ਇਹ ਅਸੀਂ ਆਮ ਬੰਦੇ ਜਿਹੜੇ ਕਈ ਬੰਦੇ ਐਸੇ ਆ ਜਿਹੜੇ ਸਦਾ ਹੀ ਉਹ ਕਿਸਾਨੀ ਨਾਲ ਸੰਬੰਧ ਰੱਖਦੇ ਆ। ਕੋਈ ਸਾਡੇ ਅਕਾਲੀ ਦਲ ਦੇ ਉਹ ਇਹ ਨਹੀਂ ਕਿ ਵੀ ਜ਼ਿਆਦਾ ਗਾਹਾਂ ਜਾਣ ਕਰਨ ਵਾਲੇ ਜਾਂ ਹੋਰ ਜਾਂ ਅਸੀਂ ਲੀਡਰਾਂ ਨੂੰ ਉਤਾਰਿਆ, ਐਸੀ ਕੋਈ ਗੱਲ ਨਹੀਂ ਹੈ। ਅਸੀਂ ਉਹਨਾਂ ਨੂੰ ਚੁਣ ਰਹੇ ਹਾਂ ਕਿ ਜਿਹੜੇ ਕਿਸਾਨਾਂ ਦੀ ਗੱਲ ਸੁਣਦੇ ਆ ਔਰ ਸੁਸਾਇਟੀ ਨਾਲ ਸਮੇਂ ਨਾਲ ਇੱਥੋਂ ਦੀਆਂ ਸਹੂਲਤਾਂ ਕਿਵੇਂ ਲੋਕਾਂ ਨੂੰ ਦਿਵਾਉਣੀਆਂ, ਕੀ ਇੱਥੇ ਚੀਜ਼ਾਂ ਆਉਣੀਆਂ, ਕਿਵੇਂ ਇੱਥੋਂ ਸੰਦਾਂ ਨੂੰ ਵਰਤਣਾ, ਉਹਨਾਂ ਬੰਦਿਆਂ ਨੂੰ ਅੱਗੇ ਕਰਨ ਦੀ ਕੋਸ਼ਿਸ਼ ਵਾਸਤੇ ਅਸੀਂ ਆਪਣੇ ਵਧੀਆ ਬੰਦੇ ਆ ਜਿਹੜੇ ਉਹ ਯੋਗ ਉਮੀਦਵਾਰ ਖੜ੍ਹੇ ਕੀਤੇ ਆ। ਸਬ ਇੰਸਪੈਕਟਰ ਹਰਵੰਤ ਸਿੰਘ, ਥਾਣਾ ਨਥਾਣਾ। ਇੱਥੇ ਪਿੰਡ ਨਾਥਪੁਰਾ ਦੇ ਵਿੱਚ ਸੁਸਾਇਟੀ ਦੀ ਪ੍ਰਧਾਨਗੀ ਵਾਸਤੇ ਨੋਮੀਨੇਸ਼ਨ ਫਾਰਮ ਭਰੇ ਗਏ ਆ। ਉਹਦੀ ਸਿਕਿਉਰਿਟੀ ਲਈ ਡਿਊਟੀ ਲੱਗੀ ਹੋਈ ਹੈ ਸਾਡੀ। ਸਿਕਿਉਰਿਟੀ ਦਾ ਇੰਤਜ਼ਾਮ ਇਹ ਹੈ ਜੀ, ਸਾਡੇ ਥਾਣੇ ਦੀ ਫੋਰਸ ਅਸੀਂ ਲਿਆਂਦੀ ਹੈ, ਇੱਥੇ ਕੋਈ ਗੜਬੜ ਨਾ ਹੋਵੇ। ਸਾਡੇ ਭੁੱਚੋ ਚੌਂਕੀ ਹੈ, ਉੱਥੋਂ ਫੋਰਸ ਆਈ ਹੈ। ਸਾਡੇ ਸਬ ਡਿਵੀਜ਼ਨ ਦੇ ਵਿੱਚ ਥਾਣਾ ਨੀਹਾਂ ਵਾਲਾ ਪੈਂਦਾ, ਉਹਨਾਂ ਨੂੰ ਵੀ ਇੱਥੇ ਕਾਲ ਕਰਕੇ ਬੁਲਾਇਆ ਗਿਆ ਵੀ ਕਈ ਵਾਰੀ ਕੋਈ ਉਸ ਤਰ੍ਹਾਂ ਦੀ ਘਟਨਾ ਨਾ ਵਾਪਰੇ। ਤਰੀਕੇ ਨਾਲ ਚੱਲ ਰਿਹਾ ਇਹ ਤਾਂ ਪ੍ਰੋਸੈਸ ਤਾਂ ਜੀ ਉਹਨਾਂ ਦੇ ਆਏ ਹੋਏ ਆ, ਇੰਸਪੈਕਟਰ ਸਾਹਿਬ ਆਏ ਨੇ, ਉਹ ਕਰਾ ਰਹੇ ਆ ਆਪਦੀ ਕਾਰਵਾਈ, ਉਹਨਾਂ ਦੀ ਕਾਰਵਾਈ। ਸਾਡਾ ਕੰਮ ਹੈ ਸੁਰੱਖਿਆ ਦੇਣਾ ਇਹਨਾਂ। ਅਸੀਂ ਸਾਡਾ ਇਹਦੇ ਪ੍ਰਬੰਧ ਸਾਡੇ ਕੀਤੇ ਹੋਏ ਜੀ। SHO ਨਥਾਣਾ। ਸਾਡੀ ਅੱਜ ਇੱਥੇ ਜਿਹੜੀ ਕੋਆਪਰੇਟਿਵ ਸੁਸਾਇਟੀ ਦੀ ਪ੍ਰਧਾਨਗੀ ਨੂੰ ਲੈ ਕੇ ਪਿੰਡ ਨਾਥਪੁਰਾ ਦੀ ਜਿਹੜੀ ਚੋਣ ਹੈ ਉਹਦੇ ਸੰਬੰਧ 'ਚ ਇੱਥੇ ਲਾਅ ਐਂਡ ਆਰਡਰ ਡਿਊਟੀ ਲੱਗੀ। ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਕਿੰਨੀ ਫੋਰਸ ਵਗੈਰਾ ਫੋਰਸ ਹੈਗੀ ਹੈ ਸਾਡੇ ਕੋਲ 2 ਥਾਣਿਆਂ ਦੀ 2 ਚੌਂਕੀਆਂ, 40-50 ਦੇ ਕਰੀਬ ਜਿਹੜੇ ਬੰਦੇ ਹੈਗੇ।